ਕਿ ਜਪਜੀ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਹਿਲੀ ਬਾਣੀ ਹੈ ਔਰ ਮੁੱਖ ਬਾਣੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ। ਜਪਜੀ ਸਾਹਿਬ ਜੀ ਬਾਰੇ ਜਦੋਂ ਆਪਾਂ ਘੋਖ ਕਰਦੇ ਹਾਂ, ਵਿਚਾਰ ਕਰਦੇ ਹਾਂ ਕਿ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਭਾਵੇਂ ਕਿ ਸੰਕੇਤਿਤ ਚਿੰਨ੍ਹ ਬਾਣੀ ਦੇ ਵਿੱਚ ਨਹੀਂ ਹਨ, ਪਰ ਜਿਹੜੀਆਂ ਪੁਰਾਣੀਆਂ ਬੀੜਾਂ ਨੇ, ਪੁਰਾਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੇ, ਉਹਨਾਂ ਦੇ ਵਿੱਚ ਇਹ ਲਿਖਤ ਮਿਲਦੀ ਹੈ। ਜਪ ਜੀ ਮਹੱਲਾ ਪਹਿਲਾ, ਅੱਜ ਜਪ ਹੀ ਲਿਖਿਆ ਆਪਾਂ ਨੂੰ ਮਿਲਦਾ ਹੈ। ਇਸ ਕਰਕੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜਪਜੀ ਸਾਹਿਬ ਜੀ ਦੀ ਬਾਣੀ ਕਿਸੇ ਹੋਰ ਗੁਰੂ ਸਾਹਿਬ ਮਹਾਰਾਜ ਜੀ ਦੀ ਹੈ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ। ਇਹ ਕਦੋਂ ਰਚੀ ਗਈ, ਇਹਦੇ ਬਾਰੇ ਵੱਖ-ਵੱਖ ਵਿਦਵਾਨਾਂ ਦੇ, ਵੱਖ-ਵੱਖ ਧਾਰਮਿਕ ਗ੍ਰੰਥਾਂ ਦੇ ਆਪੋ ਆਪਣੇ ਮਤ ਨੇ। ਜੋ ਪੁਰਾਤਨ ਜਨਮ ਸਾਖੀ ਹੈ ਉਹਦੇ ਵਿੱਚ ਇਹ ਜ਼ਿਕਰ ਹੁੰਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਵੇਈ ਨਦੀ ਪ੍ਰਵੇਸ਼ ਤੋਂ ਬਾਹਰ ਆਉਂਦੇ ਨੇ, ਉਹ ਜੋ ਉਹਨਾਂ ਦੀ ਅਕਾਲ ਪੁਰਖ ਦੇ ਨਾਲ ਗੁਫ਼ਤਗੂ ਹੁੰਦੀ ਹੈ, ਅਕਾਲ ਪੁਰਖ ਦੇ ਨਾਲ ਮੇਲ ਹੁੰਦਾ ਹੈ, ਉਹ ਸਾਰੀ ਫਿਰ ਵਿਥਿਆ ਗੁਰੂ ਨਾਨਕ ਦੇਵ ਮਹਾਰਾਜ ਜਪਜੀ ਸਾਹਿਬ ਜੀ ਦੇ ਰੂਪ ਦੇ ਵਿੱਚ ਬਾਅਦ ਦੇ ਵਿੱਚ ਲਿਖਦੇ ਆ। ਔਰ ਜਿਹੜੀ ਉਸ ਤੋਂ ਬਾਅਦ ਦੀ ਸਾਖੀ ਹੈ ਭਾਈ ਬਾਲੇ ਵਾਲੀ ਔਰ ਭਾਈ ਮਿਹਰਬਾਨ ਦੀ ਜਨਮ ਸਾਖੀ, ਸਭ ਤੋਂ ਵੱਧ ਜਿਹਦੇ 'ਤੇ ਵਿਸ਼ਵਾਸ ਕੀਤਾ ਜਾਂਦਾ ਹੈ ਉਹ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਹੈ। ਇਹ ਜਿਹੜੀਆਂ ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਇਹਦੇ ਵਿੱਚ ਵੀ ਜ਼ਿਕਰ ਹੁੰਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇਣ ਲੱਗਦੇ ਨੇ, ਉਹਨਾਂ ਚੀਜ਼ਾਂ ਨੂੰ ਦਰਸਾਇਆ ਗਿਆ। ਉਸ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਰਚੀ ਗਈ ਉਸ ਸਮੇਂ ਦੇ ਵਿੱਚ। ਔਰ ਜਿਹੜੀ ਮਿਹਰਬਾਨ ਦੀ ਜਨਮ ਸਾਖੀ ਹੈ, ਉਹਦੇ ਵਿੱਚ ਇੱਕ ਵੱਖਰੀ ਸਾਖੀ ਆਉਂਦੀ ਹੈ। ਉਹਦੇ 'ਚ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਸਨ, ਉਹਨਾਂ ਨੂੰ ਅਕਾਲ ਪੁਰਖ ਵੱਲੋਂ ਸੱਦਾ ਆਇਆ। ਉਪਰੰਤ ਜਦੋਂ ਵਾਪਸ ਆਏ, ਫਿਰ ਜੋ ਵੀ ਉਹਨਾਂ ਦਾ ਅਨੁਭਵ ਸੀ, ਉਹਨਾਂ ਨੇ ਆਪਣੇ ਸਿੱਖ ਭਾਈ ਲਹਿਣੇ ਨੂੰ, ਜਿਹੜੇ ਕਿ ਗੁਰੂ ਅੰਗਦ ਦੇਵ ਮਹਾਰਾਜ ਬਣੇ, ਉਹਨਾਂ ਨੂੰ ਸੱਦਿਆ ਕਿ ਭਾਈ ਅਕਾਲ ਪੁਰਖ ਦਾ ਜਿਹੜਾ ਹੁਕਮ ਹੈ ਉਹਨੂੰ ਆਪਾਂ ਜੋੜਬੱਧ ਕਰਨਾ। ਫਿਰ ਇਹ ਜਪਜੀ ਸਾਹਿਬ ਜੀ ਦੀ ਬਾਣੀ ਲਿਖੀ ਗਈ। ਔਰ ਭਾਈ ਮਨੀ ਸਿੰਘ ਜੀ, ਉਹਨਾਂ ਦੀ ਜਿਹੜੀ ਜਨਮ ਸਾਖੀ ਹੈ, ਕਿਉਂਕਿ 4-5 ਪੁਰਾਤਨ ਜਨਮ ਸਾਖੀਆਂ ਨੇ, ਜਿੰਨੇ ਵੀ ਵਿਦਵਾਨ ਨੇ, ਚਾਹੇ ਕੋਈ ਇਤਿਹਾਸ ਦੀ ਖੋਜ ਕਰਦਾ ਹੈ, ਕੋਈ ਗੁਰਬਾਣੀ ਦੇ ਨਾਲ ਸੰਬੰਧਿਤ, ਉਹਦੇ ਵਿੱਚੋਂ ਕੁਝ ਕੱਢਣਾ ਹੁੰਦਾ ਹੈ, ਇਹਨਾਂ ਜਨਮ ਸਾਖੀਆਂ ਦਾ ਸਹਾਰਾ ਲਿਆ ਜਾਂਦਾ, ਕਿਉਂਕਿ ਪੁਰਾਤਨ ਸਾਡੇ ਕੋਲੇ ਇਤਿਹਾਸਿਕ ਸਰੋਤ ਇਹੀ ਹਨ। ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਦੇ ਵਿੱਚ ਲਿਖਿਆ ਕਿ ਜਿਹੜੀ ਜਪ ਬਾਣੀ ਹੈ, ਜਪ ਜੀ ਆਪਾਂ ਸਤਿਕਾਰ ਵਜੋਂ ਲਾਉਂਦੇ ਹਾਂ, ਇਹ ਬਾਣੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੁਮੇਰ ਪਰਬਤ 'ਤੇ ਗਏ, ਸਿੱਧਾਂ ਦੇ ਨਾਲ ਗੋਸ਼ਟੀ ਹੋਈ, ਸਿੱਧਾਂ ਦੇ ਨਾਲ ਜੋ ਗੱਲਾਂ ਬਾਤਾਂ ਹੋਈਆਂ, ਉਹ ਸੰਗ੍ਰਹਿ ਹੈ, ਉਹ ਇਹ ਬਾਣੀ ਹੈ। ਸੋ ਜਦੋਂ ਆਪਾਂ ਕੁੱਲ ਮਿਲਾ ਕੇ ਵਿੱਚੋਂ ਨਿਚੋੜ ਕੱਢਦੇ ਹਾਂ, ਇਹ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਜਪਜੀ ਸਾਹਿਬ ਜੀ ਦੀ ਬਾਣੀ ਸੰਪੂਰਨ ਲਿਖਤ ਰੂਪ ਦੇ ਵਿੱਚ ਲੈ ਕੇ ਆਂਦੀ, ਉਹ ਆਪਣੇ ਜੀਵਨ ਦਾ ਜਿਹੜਾ ਅਨੁਭਵ ਸੀ, ਜੋ ਵੀ ਉਹਨਾਂ ਦੀਆਂ ਯਾਤਰਾਵਾਂ, ਜਿੱਥੇ ਜਿੱਥੇ ਗਏ, ਜੋ ਵੀ ਧਾਰਮਿਕ ਲੋਕਾਂ ਦੇ ਨਾਲ ਮਿਲੇ, ਧਾਰਮਿਕ ਸਥਾਨਾਂ 'ਤੇ ਗਏ, ਸਮਾਜਿਕ ਵਰਤਾਰਾ ਵੇਖਿਆ, ਉਹ ਸਾਰਾ ਅਨੁਭਵ ਹੋਣ ਤੋਂ ਬਾਅਦ ਇਹ ਜਪਜੀ ਸਾਹਿਬ ਜੀ ਦੀ ਬਾਣੀ ਮਹਾਰਾਜ ਨੇ ਕਲਮਬੰਦ ਸੰਕਲਪ ਪੂਰਾ ਕੀਤਾ। ਔਰ ਇਹਦੇ ਵਿੱਚ ਕਈ ਭਾਸ਼ਾਵਾਂ ਨੇ। ਪੰਜਾਬੀ ਭਾਸ਼ਾ ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਪਾਸੇ ਨਹੀਂ ਗਏ ਕਿ ਇਕੱਲੀ ਪੰਜਾਬੀ ਭਾਸ਼ਾ ਹੀ ਵਰਤਣੀ ਹੈ, ਪਰ ਜਿਹੜਾ ਸੰਦਰਭ ਸੀ, ਸੰਕਲਪ ਸੀ, ਅਕਾਲ ਪੁਰਖ ਦੇ ਨਾਲ ਜੁੜਨਾ, ਗੁਰਮਤ ਦਾ, ਉਹ ਪਰਪੱਕ ਰੱਖਿਆ। ਸੋ
ਪਹਿਲਾਂ ਤਾਂ ਇਹ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਇਸ ਬਾਣੀ ਦੇ ਵਿੱਚ ਹੈ ਕੀ। ਹੁਣ ਜਿਹੜੇ ਆਧੁਨਿਕ ਵਿਦਵਾਨ ਨੇ ਉਹ ਇਹ ਗੱਲ ਮੰਨਦੇ ਆ ਜ਼ਿਆਦਾਤਰ ਕਿ ਜਪਜੀ ਸਾਹਿਬ ਜੀ ਦੀ ਬਾਣੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ, ਸਿੱਧ ਗੋਸ਼ਟੀ ਸਿੱਧਾਂ ਦੇ ਨਾਲ ਜੋ ਵਾਰਤਾਲਾਪ ਹੋਈ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਬੈਠੇ, ਜੀਵਨ ਦੇ ਅਖੀਰਲੇ 18 ਸਾਲ ਉੱਥੇ ਆਪ ਜੀ ਨੇ ਬਿਤਾਏ। ਇਹ ਸਾਰਾ ਕੁਝ ਵਰਤਾਰਾ ਜਪਜੀ ਸਾਹਿਬ ਜੀ ਦੇ ਵਿੱਚ ਪਾਤਸ਼ਾਹ ਜੀ ਨੇ ਲਿਖ ਦਿੱਤਾ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰ ਕਹਿ ਸਕਦੇ ਹਾਂ, ਪਰਿਭਾਸ਼ਾ ਕਹਿ ਸਕਦੇ ਹਾਂ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰ ਜਪਜੀ ਸਾਹਿਬ ਜੀ ਦੀ ਬਾਣੀ ਹੈ। ਤਤ ਵਸਤੂ ਇਹ ਸਿੱਖਾਂ ਦੇ ਦਾਰਸ਼ਨਿਕ, ਗੁਰਮਤਿ ਦਾ ਦਾਰਸ਼ਨਿਕ ਤੇ ਧਾਰਮਿਕ ਸਮੀਖਿਆ ਕਰਦੀ ਹੈ। ਇਹ ਚੀਜ਼ ਮੁੱਖ ਰੂਪ ਦੇ ਵਿੱਚ ਅੱਗੇ ਆਉਂਦੀ ਹੈ ਕਿ ਜਿਹੜਾ ਚਿੰਤਨ ਕਰਨਾ ਹੈ ਇਹ ਭਗਤੀ ਤੋਂ ਬਿਨਾਂ ਸੰਭਵ ਨਹੀਂ। ਇਹ ਇੱਕ ਤੇ ਚਿੰਤਨ, ਦੂਜਾ ਭਗਤੀ, ਔਰ ਤੀਜਾ ਰੋਜ਼ ਮਾਰਗ ਦਰਸ਼ ਸਾਡਾ ਕਰਦੀ ਹੈ ਬਾਣੀ। ਇਸ ਕਰਕੇ ਇਹਨੂੰ ਨਿਤ ਦੀ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜੋੜਿਆ। ਨਿਤਨੇਮ ਦੀ ਬਾਣੀ ਦੇ ਵਿੱਚ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ ਉਦੋਂ ਵੀ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ। ਹਰ ਰੋਜ਼ ਪੜ੍ਹਨ ਦਾ ਸਿੱਖਾਂ ਨੂੰ ਹੁਕਮ ਕੀਤਾ ਗੁਰੂ ਪਾਤਸ਼ਾਹ ਜੀ ਨੇ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ। 1 ਅੰਗ ਤੋਂ ਲੈ ਕੇ 8 ਅੰਗ ਤੱਕ ਇਹਦੀ ਜਿਹੜੀ ਰੂਪ ਰੇਖਾ ਹੈ, 2 ਸ਼ਲੋਕ ਨੇ, ਇੱਕ ਆਦਿ ਦੇ ਵਿੱਚ, ਇੱਕ ਅੰਤ ਦੇ ਵਿੱਚ, 38 ਪੌੜੀਆਂ ਨੇ। 38 ਪੌੜੀਆਂ, 4-4 ਪੰਕਤੀਆਂ ਦੇ 10-10 ਬੰਦ ਨੇ, ਅਸ਼ਟਪਦੀਆਂ ਵੀ ਨੇ ਵਿੱਚ, ਕੁਝ ਪੌੜੀਆਂ ਛੋਟੀਆਂ ਵੀ ਨੇ, ਕੁਝ ਸਵਾਲ ਜਵਾਬ ਵੀ ਨੇ। ਔਰ ਜੋ ਉਸ ਸਮੇਂ ਦੀ ਧਾਰਮਿਕ ਦਸ਼ਾ ਸੀ, ਖਾਸ ਕਰਕੇ ਧਰਮ ਦੀ ਦੁਨੀਆ ਦੇ ਵਿੱਚ, ਉਸ ਸਮੇਂ ਮੁੱਖ ਰੂਪ ਦੇ ਵਿੱਚ 2 ਧਰਮ ਜ਼ਿਆਦਾ ਪ੍ਰਚਲਿਤ ਸੀ, ਇੱਕ ਹਿੰਦੂ ਧਰਮ, ਦੂਜਾ ਇਸਲਾਮ। ਔਰ ਜਿਹੜਾ ਬੁੱਧ ਧਰਮ ਸੀ ਉਹ ਕਿਸੇ ਸਮੇਂ ਬਹੁਤ ਵੱਡੇ ਪੱਧਰ ਤੇ ਫੈਲਿਆ, ਪਰ ਉਸ ਸਮੇਂ ਬਹੁਤ ਥੋੜ੍ਹੇ ਇਲਾਕੇ ਦੇ ਵਿੱਚ ਸਿਮਟ ਗਿਆ ਸੀ। ਇੱਦਾਂ ਹੀ ਜੈਨ ਧਰਮ ਸੀ, ਉਹ ਲੋਕ ਵੀ ਥੋੜ੍ਹੇ ਇਲਾਕੇ ਦੇ ਵਿੱਚ ਹੀ ਬੈਠੇ ਸਨ। ਇਹ ਜਿਹੜੇ 2 ਮੁੱਖ ਧਰਮ ਸੀ, ਇਹਨਾਂ ਦੇ ਵਿੱਚ ਸਮੇਂ ਦੇ ਨਾਲ ਜਿਹੜੇ ਇਹਨਾਂ ਦੇ ਧਾਰਮਿਕ ਲੋਕ ਸੀ ਉਹਨਾਂ ਵਿੱਚ ਗਿਰਾਵਟਾਂ ਆ ਗਈਆਂ। ਬੜਾ ਕੁਝ ਊਚ ਨੀਚ, ਸਮਾਜ 'ਚ ਭੇਦ ਭਾਵਤਾ, ਗਿਰਾਵਟਾਂ ਆਉਣ ਕਰਕੇ ਮਹਾਰਾਜ ਨੇ ਖੁੱਲ੍ਹ ਕੇ ਵਿਖਿਆਨ ਕੀਤਾ। ਔਰ ਜਿਹੜਾ ਮੂਲ ਮੰਤਰ ਹੈ, 1 ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਉਸ ਤੋਂ ਅੱਗੇ ਬਾਣੀ ਸ਼ੁਰੂ ਹੁੰਦੀ ਹੈ ਜਪ। 2 ਡੰਡੀਆਂ ਪਹਿਲਾਂ ਲੱਗੀਆਂ ਨੇ, 2 ਡੰਡੀਆਂ ਬਾਅਦ ਦੇ ਵਿੱਚ ਲੱਗੀਆਂ ਹੋਈਆਂ ਨੇ, ਵਿਚਾਲੇ ਲਿਖਿਆ ਹੋਇਆ ਜਪ। ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਜੀ ਸ਼ਬਦ ਅਸੀਂ ਸਨਮਾਨ ਵਜੋਂ ਲਾਉਂਦੇ ਹਾਂ, ਜਪ ਜੀ ਸਾਹਿਬ ਸਤਿਕਾਰ ਵਜੋਂ ਲਾਇਆ ਜਾਂਦਾ। ਇੱਕ ਗੱਲ ਹੋਰ ਬੜੀ ਡੂੰਘੀ ਹੈ, ਅਸੀਂ ਇਹ ਸੋਚਦੇ ਹਾਂ ਜਾਂ ਪੜ੍ਹਦੇ ਹਾਂ, ਸੁਣਦੇ ਹਾਂ ਕਿ 2 ਸ਼ਲੋਕ ਨੇ ਜਪਜੀ ਸਾਹਿਬ ਜੀ ਦੇ ਵਿੱਚ, ਇੱਕ ਆਰੰਭ ਦੇ ਵਿੱਚ, ਇੱਕ ਅਖੀਰ ਦੇ ਵਿੱਚ। ਅਸਲ ਦੇ ਵਿੱਚ ਆਰੰਭ ਦੇ ਵਿੱਚ ਮੂਲ ਮੰਤਰ ਹੈ ਗੁਰਪ੍ਰਸਾਦ ਤੱਕ। ਕਈ ਗੁਰਮੁਖ ਨਾਨਕ ਹੋਸੀ ਭੀ ਸੱਚ ਤੱਕ ਪੜ੍ਹਦੇ ਆ, ਉਹ ਖੈਰ ਆਪਣੀ ਸ਼ਰਧਾ ਹੈ, ਪਰ ਜਿਹੜਾ ਮੂਲ ਰੂਪ ਦੇ ਵਿੱਚ ਉਹ ਗੁਰਪ੍ਰਸਾਦ ਤੱਕ ਹੈ। ਜਪ ਬਾਣੀ ਦਾ ਸਿਰਲੇਖ, ਬਾਣੀ ਦਾ ਨਾਮ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹਦੇ ਅੱਗੇ ਏਕਾ ਲੱਗਿਆ ਹੋਇਆ। ਔਰ ਇਸ ਤੋਂ ਅੱਗੇ ਜਿਹੜੀ ਪੌੜੀ ਸ਼ੁਰੂ ਹੁੰਦੀ ਹੈ, ਸੋਚੈ ਸੋਚ ਨਾ ਹੋਵਈ, ਇਹ ਜਦੋਂ ਪੌੜੀ ਖਤਮ ਹੁੰਦੀ ਹੈ ਇਹਦੇ ਅੱਗੇ ਫਿਰ ਏਕਾ ਲੱਗਿਆ ਹੋਇਆ। ਫਿਰ ਅੱਗੇ ਪੌੜੀ ਦੀ ਸ਼ੁਰੂਆਤ ਹੁੰਦੀ ਹੈ 2 3 4 5 ਇਸ ਤਰ੍ਹਾਂ 38 ਤੱਕ ਚੱਲਦਾ ਹੈ। ਇਸ ਕਰਕੇ ਜਿਹੜਾ ਪਹਿਲਾ ਸ਼ਲੋਕ ਹੈ ਉਹ ਹੈ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਮੂਲ ਮੰਤਰ, ਆਰੰਭ ਦੇ
ਆਰੰਭ ਵਿੱਚ ਇੱਕ ਸ਼ਲੋਕ, 38 ਪੌੜੀਆਂ ਔਰ ਅਖੀਰ ਦੇ ਵਿੱਚ ਫਿਰ ਸ਼ਲੋਕ ਜਿਹੜਾ ਆਪਾਂ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ। ਇੱਦਾਂ ਗੁਰਮੁਖੋ ਇਹ ਜਪਜੀ ਸਾਹਿਬ ਜੀ ਦਾ ਰੂਪ ਰੇਖ ਹੈ। ਬਾਕੀ ਜਿਵੇਂ ਜਿਵੇਂ ਆਪਾਂ ਅੱਗੇ ਵਿਚਾਰ ਕਰਾਂਗੇ, ਕੁਝ ਨਵੀਆਂ ਗੱਲਾਂ ਹਰ ਰੋਜ਼ ਕੋਈ ਨਾ ਕੋਈ ਨੁਕਤਾ ਆਪਾਂ ਨੂੰ ਜ਼ਰੂਰ ਵਿੱਚੋਂ ਮਿਲਿਆ ਕਰੇਗਾ। ਇਸ ਕਰਕੇ ਬੇਨਤੀ ਹੈ, ਜ਼ਰੂਰ ਆਇਆ ਕਰੋ। ਹੋਰ ਵੀ ਜਿਹੜੇ ਕੋਈ ਵਿਹਲੇ ਨੇ ਉਹਨਾਂ ਨੂੰ ਵੀ ਭਾਈ ਲੈ ਕੇ ਆਇਆ ਕਰੋ, ਕਿਉਂਕਿ ਨਾਲੇ ਸਾਡੀ ਸੰਥਿਆ ਹੋਵੇਗੀ, ਨਾਲੇ ਜਪਜੀ ਸਾਹਿਬ ਬਾਰੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਾਨੂੰ ਗਿਆਨ ਪ੍ਰਾਪਤ ਹੋਏਗਾ, ਗਿਆਨ ਸਮੱਗਰੀ ਪ੍ਰਾਪਤ ਹੋਏਗੀ, ਸਾਨੂੰ ਸੋਝੀ ਮਿਲੇਗੀ ਕਿ ਗੁਰੂ ਨਾਨਕ ਦੇਵ ਮਹਾਰਾਜ ਕਿੰਨੇ ਵੱਡੇ ਰਹਿਬਰ ਸੀ, ਕਿੰਨੀ ਵੱਡੀ ਉਹਨਾਂ ਦੀ ਸੋਚ ਸੀ। ਜਪਜੀ ਸਾਹਿਬ ਜੀ ਦੀ ਬਾਣੀ ਬਾਰੇ ਸਭ ਤੋਂ ਵੱਧ ਵਿਆਖਿਆ ਹੋਈ ਹੈ ਸਿੱਖ ਧਰਮ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਵੇਖੇ ਸਭ ਤੋਂ ਵੱਧ ਟੀਕੇ ਜਪਜੀ ਸਾਹਿਬ ਜੀ ਦੀ ਬਾਣੀ ਦੇ ਹੋਏ ਨੇ। ਜਿਵੇਂ ਆਪਾਂ ਪਹਿਲਾਂ ਵੀ ਵਿਚਾਰਾਂ ਕਰਦੇ ਹਾਂ, ਕਿਸੇ ਦਾ ਅਰਥ, ਕਿਸੇ ਦਾ ਟੀਕਾ, ਕਿਸੇ ਦੀ ਵਿਆਖਿਆ ਦੂਜੇ ਦੇ ਨਾਲ ਹੂਬਹੂ ਮੇਲ ਨਹੀਂ ਖਾਂਦੀ। ਫਿਰ ਵੇਖੋ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਉਹਨਾਂ ਦੇ ਇੱਕ ਇੱਕ ਸ਼ਬਦ ਦੇ ਹਜ਼ਾਰਾਂ ਹੀ ਅਰਥ ਕੱਢੇ ਜਾ ਸਕਦੇ, ਹਜ਼ਾਰਾਂ ਹੀ। ਸੋ ਆਓ ਅੱਜ ਇੱਥੇ ਹੀ ਸਮਾਪਤੀ ਹੈ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਗੁਰੂ ਕੀ ਸੰਗਤ, ਸਤਿਗੁਰੂ ਜੀ ਬਖਸ਼ਣ ਯੋਗ ਹਨ।